ਇਹ ਟੋਟਲ 125 ਏਕੜ ਦੇ ਕਰੀਬ ਜ਼ਮੀਨ ਹੈ। ਇਹਦੇ ਉੱਤੇ ਸਾਰੀ ਦੇ ਉੱਤੇ ਜਥੇਦਾਰ ਨਰਮੈਲ ਸਿੰਘ ਜੌਲਾ ਅਤੇ ਉਸ ਦੇ ਭਰਾ ਗੁਰਮੀਤ ਸਿੰਘ ਨੰਬਰਦਾਰ ਦਾ ਹੀ ਕਬਜ਼ਾ ਹੈ। जी ने 125 किले कहे हैं, शर्मा जी ने 200 कहे हैं। ये दोनों पार्टियां झूठ बोल रही हैं। ਅਸੀਂ ਸਰਕਾਰ ਤੋਂ ਮੰਗ ਕਰਾਂਗੇ ਵੀ ਇਹ ਜ਼ਮੀਨ ਇਹਨਾਂ ਦੇ ਕਬਜ਼ੇ 'ਚੋਂ ਛਡਾ ਕੇ ਜਿਹੜੇ ਬੇਜ਼ਮੀਨੇ ਬੇਘਰੇ ਉਹਨਾਂ ਦੇ ਲਈ ਇਸ ਜ਼ਮੀਨ ਨੂੰ ਅਲਾਟ ਕੀਤਾ ਜਾਵੇ। और ये शर्मा जी की भगटाट है। आप वो बोल के गए हैं, हुण दूजे बंदे भेजते हैं, कल नूं तीजे नूं होर भेजूगा। मैं ਤੁਹਾਨੂੰ ਲੱਗਦਾ ਨਹੀਂ ਕਿ ਇਲੈਕਸ਼ਨ ਦਾ ਸਟੰਟ ਹੈਗਾ ਜਦੋਂ ਤੁਸੀਂ ਕਰ ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਜਿੱਦਾਂ ਗੱਲ ਕਰਦੇ ਆ ਰਹੇ ਹਾਂ ਹਲਕਾ ਡੇਰਾਬੱਸੀ ਦੇ ਸਮੀਕਰਨਾਂ ਦੀ, ਸਿਆਸੀ ਸਮੀਕਰਨਾਂ ਦੀ। ਆਪਾਂ ਪਿਛਲੇ ਤਕਰੀਬਨ 27 ਅਕਤੂਬਰ ਤੋਂ ਕਹਿ ਸਕਦੇ, 27 ਸਤੰਬਰ ਤੋਂ ਕਹਿ ਸਕਦੇ, ਜਦੋਂ ਦਾ ਇਹ ਆਪਣਾ ਟੋਨੀ ਰਾਣੇ ਵਾਲਾ ਜਿਹੜਾ ਕੇਸ ਹੋਇਆ ਸੀਗਾ, ਉਸ ਤੋਂ ਬਾਅਦ ਜਿਹੜੇ ਹੈਗੇ ਹਲਕੇ ਦੇ ਸਮੀਕਰਨ ਜਿਹੜੇ ਹੈਗੇ ਤੇਜ਼ੀ ਨਾਲ ਚੇਂਜ ਹੋ ਰਹੇ, ਤੇਜ਼ੀ ਨਾਲ ਬਦਲੀ ਹੋ ਰਹੇ। ਸਿਆਸੀ ਸਮੀਕਰਨਾਂ ਦੀ ਗੱਲ ਕਰ ਰਹੇ ਆਪਾਂ। ਜਿਉਂ-ਜਿਉਂ ਇਲੈਕਸ਼ਨਾਂ ਨੇੜੇ ਆਉਂਦੀਆਂ ਜਾ ਰਹੀਆਂ, ਜਿਉਂ-ਜਿਉਂ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ, ਤਿਉਂ ਤੋਂ ਜਿਹੜੀ ਇੱਕ ਦੂਜੇ ਤੇ ਤੋਹਮਤਬਾਜ਼ੀ ਲਾਉਣੀ, ਇੱਕ ਦੂਜੇ ਤੇ ਇਲਜ਼ਾਮ ਲਾਉਣ ਦਾ ਸਿਲਸਿਲਾ ਜਿਹੜਾ ਹੈਗਾ ਲਗਾਤਾਰ ਜਾਰੀ ਹੈ। ਪਿੱਛੇ ਜੇ ਆਪਾਂ ਦੇਖਿਆ ਹਲਕਾ ਵਿਧਾਇਕ NK ਸ਼ਰਮਾ ਵੱਲੋਂ ਜਿਹੜਾ ਹੈਗਾ ਕੁਲਜੀਤ ਸਿੰਘ ਰੰਧਾਵਾ ਦੇ ਉੱਪਰ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੇ ਆਪਣੀ ਜ਼ਮੀਨ ਦੇ ਰੇਟ ਵੱਧ ਪਵਾ ਲਏ, ਔਰ ਕੁਲਜੀਤ ਸਿੰਘ ਰੰਧਾਵਾ ਵੱਲੋਂ ਜਿਹੜਾ ਹੈਗਾ NK ਸ਼ਰਮਾ ਦੇ ਉੱਪਰ ਆਰੋਪ ਲਗਾਏ ਗਏ ਕਿ ਉਹ ਇਹਨਾਂ ਦੇ ਪੋਤੜੇ ਫੋਲਣਗੇ ਜਾਂ ਇਹਨਾਂ ਦਾ ਕੁਝ ਕਰਨਗੇ। ਉਹ ਸਿਰਫ ਸਾਰੇ ਜਿਹੜੇ ਹੈਗੇ ਆਪਾਂ ਦੇਖ ਸਕਦੇ ਕਿ ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਤਿਉਂ ਤੋਂ ਜਿਹੜੀ ਤੋਹਮਤਬਾਜ਼ੀ ਹੈਗੀ ਆ ਉਹ ਵੱਧਦੀ ਜਾ ਰਹੀ ਆ। ਅੱਜ ਇਸੇ ਹੀ ਲੜੀ ਦੇ ਤਹਿਤ ਜਿਹੜਾ ਅਵਤਾਰ ਸਿੰਘ ਨਗਲਾ ਹੈਗੇ ਆ, ਉਹਨਾਂ ਵੱਲੋਂ ਜਿਹੜੀ ਇੱਕ ਤੋਹਮਤਬਾਜ਼ੀ ਜਿਹੜੀ ਹੈਗੀ ਆ ਜਾਂ ਇੱਕ ਇਲਜ਼ਾਮ ਲਗਾਇਆ ਗਿਆ ਨਰਮੈਲ ਸਿੰਘ ਜੌਲਾ ਜੋ SGPC ਦੇ ਮੈਂਬਰ ਹੈ। ਬੇਸਿਕਲੀ ਕਿਹੜੀ ਜ਼ਮੀਨ ਹੈ? ਇਹ ਸਰਪ੍ਰਸਤ ਜ਼ਮੀਨ ਹੈ, ਸਰਕਾਰੀ ਜ਼ਮੀਨ ਹੈ ਜੀ। ਕਿੰਨੀ ਜ਼ਮੀਨ ਹੈ ਜੀ? ਇਹ 514 ਵਿਗੇ ਦੇ ਕਰੀਬ ਹੈ ਜੀ। ਜਿਹੜਾ ਮੁਆਵਜ਼ਾ ਕਿੰਨਾ ਬਣਦਾ ਹੈ ਇਹਦਾ ਜਾਨੀ ਕਿ ਵੀ ਜੇ ਸਾਲਾਨਾ ਠੇਕਾ ਲਾਈਏ ਅਸੀਂ 50,000 ਰੁਪਏ ਪਰ ਏਕੜ ਦੇ ਹਿਸਾਬ ਨਾਲ ਬਣਦਾ, ਜਿਹਦੇ 'ਚ 75 ਕੁ ਲੱਖ ਰੁਪਇਆ ਸਾਲ ਦਾ ਜਿਹੜਾ ਸਰਕਾਰ ਨੂੰ ਚੂਨਾ ਲੱਗ ਰਿਹਾ। ਕਿੰਨੇ ਸਾਲ ਤੋਂ? ਇਹ 15 ਸਾਲਾਂ ਤੋਂ ਹੈ। ਇਹ ਤਾਂ ਗੋਲਡਨ ਫੋਰੈਸਟ ਦੀ ਜਗ੍ਹਾ ਨਹੀਂ ਸੀਗੀ? ਇਹ ਗੋਲਡਨ ਫੋਰੈਸਟ ਦੀ ਜਗ੍ਹਾ ਸੀਗੀ, ਲੇਕਿਨ ਜਦੋਂ ਇਹ ਅਦਾਲਤ ਵੱਲੋਂ ਹੁਕਮ ਹੋ ਗਿਆ ਸੀ ਇਸ ਜ਼ਮੀਨ ਨੂੰ ਸਰਕਾਰ ਦੇ ਨਾਂ ਸਰਪਲਸ ਕਰਕੇ ਮਾਲਕੀ ਦਾ ਹੱਕ ਦਿੱਤਾ ਗਿਆ, ਪਰ ਇਸ ਤੇ ਇਹ ਬੰਦੇ ਨਜਾਇਜ਼ ਤੌਰ ਤੇ ਕਾਬਜ਼ ਬੈਠੇ ਆ ਤੇ ਜਿਸ ਦੇ ਸਬੰਧ 'ਚ ਅਸੀਂ ਲੰਮੇ ਸਮੇਂ ਤੋਂ ਜਿਹੜੀਆਂ ਸਰਕਾਰੀ ਸ਼ਾਮਲਾਟ ਜ਼ਮੀਨਾਂ ਦੇ ਅਵੈਧ ਕਬਜ਼ਿਆਂ ਦੇ ਖਿਲਾਫ ਸੰਘਰਸ਼ ਕਰ ਰਹੇ ਹਾਂ। ਇਹ ਜ਼ਮੀਨ ਜਿਹੜੀ ਹੈਗੀ ਜੀ ਸਾਨੂੰ ਜਾਣਕਾਰੀ ਹੈ, ਹੋਰ ਕਈ ਬੰਦਿਆਂ ਨੇ ਦਿੱਤੀ ਹੋਈ, ਤੁਸੀਂ ਪਾਰਟਿਕੂਲਰ ਰਹਿੰਦੇ ਕਿ ਨਾਮ ਕਿਉਂ ਲੈ ਰਹੇ ਹੋ? ਅਸੀਂ ਪਾਰਟਿਕੂਲਰ ਨਹੀਂ ਲੈ ਰਹੇ, ਅਸੀਂ ਜਿਸ ਤਰ੍ਹਾਂ ਸਾਡੇ ਕੋਲ ਧਿਆਨ 'ਚ ਲਿਖਤੀ ਤੌਰ ਤੇ ਕੰਪਲੇਂਟ ਆਈ ਹੈ, ਅਸੀਂ ਇਕੱਲੇ ਪਿੰਡ ਦਾ ਪੂਰੇ ਟੋਟਲ ਪਿੰਡ ਦਾ ਜਿੰਨੀ ਲੈਂਡ ਹੈ ਉਨੀ ਦਾ ਹੀ ਅਸੀਂ ਇਹ ਕੇਸ ਭਾਵੇਂ ਅਦਾਲਤ 'ਚ ਜਾਣਾ ਪਵੇ, ਪਰ ਸਰਕਾਰ ਦੀ ਇਸ ਸਰਕਾਰੀ ਮਸ਼ੀਨਰੀ ਨੂੰ ਅਸੀਂ ਜਿਹੜਾ ਦਰਖਾਸਤ ਦੇ ਕੇ ਨੋਟਿਸ 'ਚ ਉਹਨਾਂ ਦੇ ਲਿਆਂਦਾ, ਉਹਨਾਂ ਦੀ ਡਿਊਟੀ ਬਣਦੀ ਹੈ ਵੀ ਇਸ ਜ਼ਮੀਨ ਨੂੰ ਆਪਣੇ ਕਬਜ਼ੇ 'ਚ ਲੈ ਕੇ ਅੱਗੇ ਇਹ ਜਿਹੜੇ ਬੇਜ਼ਮੀਨੇ ਬੇਘਰੇ ਆ ਉਹਨਾਂ ਨੂੰ ਅਲਾਟ ਕੀਤੀ ਜਾਵੇ, ਤਾਂ ਜੋ ਉਹਨਾਂ ਦੀ ਰੋਜੀ ਰੋਟੀ ਦਾ ਸਾਧਨ ਕੀਤਾ ਜਾਵੇ। ਜਿਹੜਾ ਆਪ ਵੱਲੋਂ ਸਵਾਲ ਕੀਤਾ ਗਿਆ ਹੈ ਤੇ ਸਾਨੂੰ ਪਤਾ ਲੱਗਿਆ ਹੁਣ ਬਹੁਤ ਸਾਰੇ ਪਿੰਡਾਂ ਦੇ ਵਿੱਚ ਗੋਲਡਨ ਫੋਰੈਸਟ ਜਿਵੇਂ ਸਨੌਲੀ ਤੋਂ ਲੈ ਕੇ ਹੋਰ ਪਿੰਡਾਂ ਤੱਕ, ਲਾਲੜੂ ਅੰਬਾਲੇ ਤੱਕ ਜਿਹੜੀ ਸਾਡੇ ਅਧਿਕਾਰ ਖੇਤਰ 'ਚ ਹੈ, ਅਸੀਂ ਉਹਨਾਂ ਦਾ ਹਰ ਪਿੰਡ ਦਾ ਰਿਕਾਰਡ ਇਕੱਠਾ ਕਰਕੇ ਇਸੇ ਤਰ੍ਹਾਂ ਹੀ ਕਾਰਵਾਈ ਕਰਨ ਵਾਸਤੇ ਅਸੀਂ ਇਹ ਤੁਸੀਂ ਫੋਨ ਤੇ ਕਹਿ ਰਹੇ ਸੀ ਕਿ ਜੇ CM ਚੰਨੀ ਨੇ ਜੋ ਹੁਣ ਬਿਆਨ ਦਿੱਤਾ ਵੀ ਜ਼ਮੀਨ ਵੰਡੀ ਜਾਏਗੀ ਬੇਜ਼ਮੀਨਿਆਂ ਨੂੰ, ਉਸ ਤੋਂ ਬਾਅਦ ਤੁਹਾਨੂੰ ਆਸ ਜਾਗੀ ਹੈ ਕਿ ਕੋਈ ਕਾਰਵਾਈ ਕਰੇਗਾ? ਨਹੀਂ, ਉਹਨਾਂ ਦੇ ਅਸੀਂ ਧੰਨਵਾਦ ਕਰਦੇ ਹਾਂ ਜਿਹੜਾ ਉਹਨਾਂ ਨੇ ਅਨਾਉਂਸ ਕੀਤਾ। ਉਹਨਾਂ ਨੇ ਕੀਤਾ 5-5 ਮਰਲੇ ਬਾਰੇ, ਜਿਹੜੇ ਬੇਘਰਾਂ ਦੇ ਕੋਲ ਘਰ ਨਹੀਂ ਉਹਨਾਂ ਨੂੰ 5-5 ਮਰਲੇ ਦੇ ਪਲਾਟ ਕੀਤੇ ਜਾਣਗੇ। ਲੇਕਿਨ ਉਹਦੇ ਵਿੱਚ ਜਿਵੇਂ ਕਿ ਹੁਣ ਸਾਡੇ ਜਿਹੜੇ ਨਗਰ ਕੌਂਸਲ ਹੈ, ਜਿਵੇਂ ਲਾਲੜੂ ਹੈ, ਡੇਰਾਬੱਸੀ ਹੈ, ਜ਼ੀਰਕਪੁਰ ਹੈ, ਉਹ ਨਗਰ ਕੌਂਸਲ ਦੇ ਅਧੀਨ ਆ ਗਏ, ਉੱਥੇ ਪੰਚਾਇਤਾਂ ਰਹੀਆਂ ਨਹੀਂ। ਅਸੀਂ ਮੰਗ ਕਰਾਂਗੇ ਸਰਕਾਰ ਤੋਂ ਵੀ ਤਾਂ ਜੋ ਇਹ ਸਥਾਨਕ ਸਰਕਾਰ ਦੇ ਵੱਲੋਂ ਵੀ ਆਰਡਰ ਹੋਵੇ ਵੀ ਜਿਹੜੇ ਨਗਰ ਕੌਂਸਲਾਂ ਦੇ ਵਿੱਚ ਪਿੰਡ ਹੈ ਉਹਨਾਂ ਪਿੰਡਾਂ ਦੀ ਜਿਹੜੀ ਸਰਕਾਰੀ ਸ਼ਾਮਲਾਟ ਜ਼ਮੀਨ ਹੈ ਉਹਨਾਂ ਦੇ ਵਿੱਚ ਉਹਨਾਂ ਬੰਦਿਆਂ ਨੂੰ ਵੀ ਜਿਹੜੇ ਬੇਘਰ ਹੈ ਉਹਨਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਕੀਤੇ ਜਾਣ। ਤੁਹਾਡਾ ਕਹਿਣਾ ਕਿ 125 ਏਕੜ ਜ਼ਮੀਨ 125 ਏਕੜ ਇਹ ਨਰਮੈਲ ਸਿੰਘ ਜੌਲਾ ਦਾ ਭਰਾ ਵਾ ਰਿਹਾ ਜੀ? ਹਾਂਜੀ, ਦੋਨੇ। ਕਿੰਨੇ ਸਾਲ ਤੋਂ ਬਾਹਰ ਹੈ? ਇਹ 15 ਸਾਲ ਤੋਂ। 15 ਸਾਲ ਤੋਂ। ਇਹਨੂੰ 15 ਸਾਲ ਪਹਿਲਾਂ ਕਿਉਂ ਨਹੀਂ ਯਾਦ ਆਈ ਤੁਹਾਨੂੰ ਇਸ ਚੀਜ਼ ਦੀ? ਜਿਹੜੀ ਹੁਣ
ਮੈਂ ਐਕਚੁਅਲੀ ਜਿਹੜਾ ਨਗਲੇ ਪਿੰਡ ਦਾ ਆਪਣਾ 4 ਪਿੰਡਾਂ ਦਾ 1170 ਏਕੜ ਦਾ ਸਕੈਮ ਸੀ, ਉਸ ਸਬੰਧ 'ਚ ਲੱਗਿਆ ਹੋਇਆ ਸੀ, ਜਿਹਦੇ 'ਚ ਮੇਰੇ 20-22 ਮੁਕੱਦਮੇ ਇਹੋ ਜਿਹੇ ਦਰਜ ਕਰਤੇ ਸੀ ਵੀ ਤਾਂ ਮੈਨੂੰ ਹਰ ਰੋਜ਼ ਕੋਰਟ ਕਚਹਿਰੀ ਤੇ ਥਾਣੇ ਜੋਗਾ ਰਹਿ ਗਿਆ ਸੀ, ਜਿਹਦੇ ਵਿੱਚ ਮੈਂ ਹੁਣ 1.5 ਸਾਲ ਦੀ ਕਸਟਡੀ ਦੌਰਾਨ 18 ਮਹੀਨਿਆਂ ਦੀ ਕਸਟਡੀ ਦੌਰਾਨ 17 ਕੇਸਾਂ 'ਚੋਂ ਬਰੀ ਹੋ ਕੇ ਆਇਆ। ਹੁਣ ਜਿਹੜਾ ਮੈਂ ਕੇਸਾਂ ਤੋਂ ਵੀ ਮੁਕਤ ਹੋ ਗਿਆ ਤੇ 1-2 ਕੇਸ ਰਹਿ ਗਿਆ। ਹੁਣ ਆਖਰੀ ਸਵਾਸਨ ਤੱਕ ਇਹ ਸਾਰੇ ਪਿੰਡ ਕੀ ਆਪਣੇ ਬਲਾਕ ਡੇਰਾਬੱਸੀ ਤੋਂ ਲੈ ਕੇ ਮੋਹਾਲੀ ਜ਼ਿਲ੍ਹੇ ਤੋਂ ਪੂਰੇ ਪੰਜਾਬ ਦੇ ਲਈ ਆਪਾਂ ਪੂਰਾ ਕੰਮ ਇਹ ਕਰਾਂਗੇ। ਤੁਹਾਨੂੰ ਲੱਗਦਾ ਨਹੀਂ ਕਿ ਇਲੈਕਸ਼ਨ ਦਾ ਸਟੰਟ ਹੈਗਾ ਜਦੋਂ ਤੁਸੀਂ ਕਰ ਰਹੇ? ਨਹੀਂ ਜੀ, ਸਾਡਾ ਇਲੈਕਸ਼ਨਾਂ ਦਾ ਕੋਈ ਮੁੱਦਾ ਨਹੀਂ ਜੀ, ਕਿਉਂਕਿ ਇਹ ਜਿਹੜੀਆਂ ਸਰਕਾਰੀ ਜ਼ਮੀਨਾਂ ਨੂੰ ਜੇ ਕੋਈ ਸਾਂਭ ਸੰਭਾਲਣ ਵਾਸਤੇ ਸਾਡੀ ਇੱਕ ਸੰਸਥਾ ਕੰਮ ਕਰ ਰਹੀ ਹੈ ਤੇ ਅਸੀਂ ਪਾਰਦਰਸ਼ੀ ਨਾਲ ਕੰਮ ਕਰਾਂਗੇ। ਐਂ ਤਾਂ ਨਹੀਂ ਤੁਸੀਂ ਕਿਸੇ ਦੇ ਹੱਥ ਦਾ ਮੋਹਰਾ ਬਣ ਰਹੇ ਹੋ? ਨਹੀਂ ਜੀ, ਕਿਸੇ ਦਾ ਨਹੀਂ। ਤੇ ਤੁਹਾਨੂੰ ਕਿਵੇਂ ਧਿਆਨ ਚ ਆਇਆ ਮੁੱਦਾ? ਕਿਉਂਕਿ ਸਾਡੇ ਕੋਲ ਲਿਖਤੀ ਰਿਟਨ 'ਚ ਕੰਪਲੇਂਟ ਆਈਆਂ ਪਿੰਡ ਵਾਸੀਆਂ ਕਿੰਨੇ ਵੱਲੋਂ। ਕੀਤੀ ਹੈ ਪਿੰਡ ਚੋਂ? ਉਹ ਰਾਹੁਲ ਜੀ ਆ ਮੁੰਡਾ ਨਾਲ ਬੈਠਾ ਹੈ, ਇਹਦੇ ਪਿੰਡ ਵਾਸੀ ਹੋਰ ਹੈ ਤੇ ਸਾਡੇ ਕੋਲ ਆ ਰਿਟਨ ਦੇ ਵਿੱਚ ਕੰਪਲੇਂਟ ਹੈ। ਵੀ ਸਾਡੇ ਪਿੰਡ ਦੀ ਜ਼ਮੀਨ ਦਾ ਹਾਂ ਵੀ ਆਹ ਪਿੰਡ ਹੈ, ਇਹ ਦੱਬੀ ਹੋਈ ਉੱਥੋਂ ਦੇ ਹੈ। ਹੋ? ਜੋੜਾ ਕਲਾਂ ਦੇ? ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਾਹੁਲ ਹੈ। ਤੇਰੀ ਫੋਟੋ ਕਰ ਕਿਸੇ ਪਾਰਟੀ ਨਾਲ ਵੀ ਜੁੜੇ ਹੋ ਰਾਹੁਲ ਜੀ? ਨਹੀਂ ਸਰ। ਸਾਹਮਣੇ ਦੇਖ। ਸਰਕਾਰ ਜੀ, ਜਿੱਦਾਂ ਤੁਸੀਂ ਕਹਿ ਰਹੇ ਕਿ ਤੁਹਾਨੂੰ ਸ਼ਿਕਾਇਤ ਹੈ, ਤੁਹਾਨੂੰ ਆਈ ਹੈ ਕਿਸੇ ਹੋਰ ਨੂੰ ਵੀ ਸ਼ਿਕਾਇਤ ਹੈ? ਇਹ ਸਾਡੀ ਸੰਸਥਾ ਨੂੰ ਸ਼ਿਕਾਇਤ ਆਈ ਹੈ, ਜਿਹਦੇ ਵਿੱਚ ਸਾਡੇ ਰੈਵਨਿਊ ਰਿਕਾਰਡ ਦਾ ਸਾਰੇ ਸੁਖਵਿੰਦਰਪਾਲ ਜੀ ਪਟਵਾਰੀ ਬੈਠੇ ਆ। ਇਹ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਦੱਸ ਦਿੰਦੇ ਆ, ਜਿਨ੍ਹਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਇਸ ਟੋਟਲ ਲੈਂਡ ਦੀ ਰਿਕਾਰਡ ਮੁਤਾਬਕ ਦੇਖ ਕੇ। ਕੀ ਪਟਵਾਰੀ ਸਾਹਿਬ ਕੀ ਕਹਿਣਾ ਤੁਹਾਡਾ? ਇਹਦੇ ਵਿੱਚ ਜੀ ਜਿਵੇਂ ਕਿ ਇੱਧਰ ਸਾਥੀ ਇਹਨਾਂ ਨੇ ਗੱਲ ਕਹੀ ਸੀ ਵੀ ਅਸੀਂ ਸਿਰਫ ਨਿਰਮਲ ਸਿੰਘ ਜੌਲਾ ਦੀ ਹੀ ਕਿਉਂ ਗੱਲ ਕਰ ਰਹੇ ਹਾਂ। ਇਸ ਪਿੰਡ ਦੀ ਜਿਹੜੀ ਜੌਲਾ ਪਿੰਡ ਦੀ ਸ਼ਿਕਾਇਤ ਸਾਡੀ ਸੰਸਥਾ ਕੋਲੇ ਲਿਖਤੀ ਤੌਰ ਤੇ ਆਈ, ਅਸੀਂ ਖੁਦ ਜਾ ਕੇ ਦੇਖਿਆ। ਇਸ ਪਿੰਡ ਦੀ ਜਿੰਨੀ ਸਰਪਲਸ ਲੈਂਡ ਹੈ ਉਹਦੇ ਉੱਤੇ ਹੋਰ ਕਿਸੇ ਦਾ ਕੋਈ ਨਜਾਇਜ਼ ਕਬਜ਼ਾ ਨਹੀਂ ਹੈ। ਇਹ ਟੋਟਲ 125 ਏਕੜ ਦੇ ਕਰੀਬ ਜ਼ਮੀਨ ਹੈ। ਇਹਦੇ ਉੱਤੇ ਸਾਰੀ ਦੇ ਉੱਤੇ ਜਥੇਦਾਰ ਨਰਮੈਲ ਸਿੰਘ ਜੌਲਾ ਅਤੇ ਉਸਦੇ ਭਰਾ ਗੁਰਮੀਤ ਸਿੰਘ ਨੰਬਰਦਾਰ ਦਾ ਹੀ ਕਬਜ਼ਾ ਹੈ। ਅੱਜ ਥੋੜੀ ਦੇਰ ਪਹਿਲਾਂ ਹੀ ਇਸ ਨੂੰ ਹੋਰ ਡੂੰਘਾਈ 'ਚ ਇਹਦੀ ਜਾਣਕਾਰੀ ਲੈਣ ਵਾਸਤੇ ਮੈਂ ਹੁਣੇ ਹਲਕਾ ਪਟਵਾਰੀ ਕੋਲ ਜਾ ਕੇ ਆਇਆ। ਉੱਥੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਜ਼ਮੀਨ 21 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਸਰਪਲਸ ਘੋਸ਼ਿਤ ਕੀਤੀ ਹੈ, ਗੋਲਡਨ ਫੋਰੈਸਟ ਦੀ। ਗੋਲਡਨ ਫੋਰੈਸਟ ਦੀ। ਸਰਪਲਸ ਦਾ ਕੀ ਮੀਨਿੰਗ ਹੁੰਦਾ? ਸਰਪਲਸ ਦਾ ਮੀਨਿੰਗ ਇਹ ਹੁੰਦਾ ਹੈ ਜੀ, ਸੀਲਿੰਗ ਐਕਟ ਦੇ ਤਹਿਤ ਇੱਕ ਕਾਨੂੰਨ ਸੀ ਵੀ ਕਿਸੇ ਵੀ ਆਦਮੀ ਕੋਲ 30 ਸਟੈਂਡਰਡ ਏਕੜ ਤੋਂ ਵੱਧ ਜ਼ਮੀਨ ਨਹੀਂ ਹੋਣੀ ਚਾਹੀਦੀ ਆਲ ਓਵਰ ਇੰਡੀਆ। ਅਗਰ ਕਿਸੇ ਕੋਲ 30 ਸਟੈਂਡਰਡ ਏਕੜ 30 ਕਿੱਲਿਆਂ ਤੋਂ ਵੱਧ ਜ਼ਮੀਨ ਹੈ ਤਾਂ ਉਹ ਜ਼ਮੀਨ ਸਰਕਾਰ ਜ਼ਬਤ ਕਰਦੀ ਹੈ, ਉਸ ਨੂੰ ਸਰਪਲਸ ਜ਼ਮੀਨ ਕਹਿੰਦੇ ਹੈ। ਤੇ ਉਹ ਸਰਪਲਸ ਜ਼ਮੀਨ ਬੇਜ਼ਮੀਨੇ ਲੋਕਾਂ ਦੇ ਵਿੱਚ ਤਕਸੀਮ ਕੀਤੀ ਜਾਂਦੀ ਹੈ, ਵੰਡ ਦਿੱਤੀ ਜਾਂਦੀ ਹੈ। 21 ਸਾਲ ਪਹਿਲਾਂ ਇਹ ਜ਼ਮੀਨ ਪੰਜਾਬ ਸਰਕਾਰ ਨੇ ਸਰਪਲਸ ਡਿਕਲੇਅਰ ਕਰਤੀ। ਸੁਪਰੀਮ ਕੋਰਟ ਦੇ ਆਰਡਰ ਨਾਲ ਗੋਲਡਨ ਫੋਰੈਸਟ ਤੋਂ ਜ਼ਮੀਨ ਜ਼ਬਤ ਕੀਤੀ ਗਈ ਹੈ। ਲੇਕਿਨ ਪਿਛਲੇ 21 ਸਾਲਾਂ ਦੇ ਵਿੱਚ ਸਰਕਾਰ ਨੂੰ ਚਾਹੀਦਾ ਸੀ ਕਿ ਇਹ ਜ਼ਮੀਨ ਬੇਜ਼ਮੀਨੇ ਲੋਕਾਂ ਦੇ ਵਿੱਚ ਤਕਸੀਮ ਕਰੇ, ਪਰ ਰਸੂਖਵਾਨ ਲੋਕਾਂ ਨੇ ਇਸ ਤੇ ਕੀਤਾ ਹੋਇਆ ਕਬਜ਼ਾ। ਪਰ ਗੋਲਡਨ ਫੋਰੈਸਟ ਨੇ ਤਾਂ ਲੋਕਾਂ ਦੇ ਪੈਸੇ ਬਹੁਤ ਦੇਣੇ ਆ, ਉਹਨਾਂ ਨੂੰ ਕਿਵੇਂ ਇਨਸਾਫ ਮਿਲੇਗਾ? ਉਹ ਇੱਕ ਵੱਖਰਾ ਮੈਟਰ ਹੈ। ਨਹੀਂ, ਜਿਵੇਂ ਜ਼ਮੀਨ 'ਚ ਹੀ ਲਾਈ ਸੀ ਨਾ ਕੰਪਨੀ ਨੇ ਪੈਸੇ, ਬਿਲਕੁਲ ਲਾਈ ਸੀ ਉਹਨਾਂ ਜੀ। ਦੀ ਆਸ ਹੈ ਕਿ ਜ਼ਮੀਨਾਂ ਵਿਕਣਗੀਆਂ, ਤੁਹਾਨੂੰ ਪੈਸੇ ਵਾਪਸ ਆਣਗੇ। ਤਾਂ ਮਸਲਾ ਨਾਲ ਸੋਲਵ ਵੀ ਹੋਣ ਵਾਲਾ ਸੀਗਾ ਜੀ ਇਹ। ਤੇ ਜਿਹੜਾ ਮਾਲਕ ਸੀਗਾ ਜ਼ਮੀਨ ਗੋਲਡਨ ਫੋਰੈਸਟ ਵਾਲਾ, ਉਹਨਾਂ ਦੀ ਗੱਲਬਾਤ ਵੀ ਚੱਲਦੀ ਹੈ ਜੀ ਕੋਈ। ਨਹੀਂ, ਲੋਡਾ ਕਮੇਟੀ ਬਣੀ ਹੋਈ ਦੱਸਣਾ। ਹਾਂਜੀ ਹਾਂ, ਕਮੇਟੀ ਬਣੀ ਹੋਈ ਹੈ। ਇਹਦੇ ਵਿੱਚੋਂ ਬਹੁਤ ਸਾਰੀ ਜ਼ਮੀਨ ਐਸੀ ਹੈ ਜਿਹਦੇ ਨਾਲ ਲੋਕਾਂ ਦੀ ਸੈਟਲਮੈਂਟ ਦਾ ਜੋ ਚੱਲ ਰਿਹਾ ਉਹ ਕੰਪਨੀ ਦਾ ਮੈਟਰ ਹੈ। ਪਰ ਜਿਹੜੀ ਜ਼ਮੀਨ ਸਰਪਲਸ ਡਿਕਲੇਅਰ ਹੋ ਗਈ, ਉਹ ਜ਼ਮੀਨ ਨੂੰ ਵੇਚ ਕੇ ਲੋਕਾਂ ਦਾ ਹੱਕ ਰਸੀ ਨਹੀਂ ਕੀਤੀ ਜਾ ਸਕਦੀ। ਜਿਹੜੀ ਸਰਪਲਸ ਆ ਜਾਂਦੀ ਆ ਉਹਦੇ ਨਾਲ ਗੋਲਡਨ ਫੋਰੈਸਟ ਦਾ ਕੋਈ ਲਿੰਕ ਹੀ ਨਹੀਂ ਰਿਹਾ। ਉਹ ਤਾਂ ਗਵਰਨਮੈਂਟ ਦੇ ਨਾਮ ਤੇ ਆ ਗਈ, ਗਵਰਨਮੈਂਟ ਦਾ ਟਾਈਟਲ ਬਣ ਗਿਆ। ਹੁਣ ਇਹਦਾ ਕਾਗਜ਼ਾਂ 'ਚ ਕਿਹਦੇ ਨਾਮ 'ਚ ਹੈ? ਗਵਰਨਮੈਂਟ ਦੇ ਨਾਮ। ਪੰਜਾਬ ਸਰਕਾਰ ਸਰਪਲਸ ਰਕਬਾ ਹੈ ਜੀ। ਪਟਵਾਰੀ ਸਾਹਿਬ ਨਾਮ ਕੀ ਹੈ ਤੁਹਾਡਾ? ਸੁਖਵਿੰਦਰਪਾਲ। ਕਿਹੜਾ ਪਿੰਡ ਹੈ ਤੁਹਾਡਾ? ਮੇਰਾ ਪਿਛਲਾ ਪਿੰਡ ਹੈ ਜੀ ਮੰਡੀ ਕਾਲਾਂ ਵਾਲੀ, ਜ਼ਿਲ੍ਹਾ ਸਰਸਾ। ਅੱਛਾ ਜੀ। ਮੈਂ BDPO ਦਫ਼ਤਰ ਡੇਰਾਬੱਸੀ ਦੇ ਵਿੱਚ ਬਤੌਰ ਸੰਮਤੀ ਪਟਵਾਰੀ ਰਿਹਾ 2011-12 ਦੇ ਵਿੱਚ। ਅੱਛਾ ਜੀ। ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗਿਆ ਸੀ ਵੀ ਇਸ ਇਲਾਕੇ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਸਰਕਾਰੀ ਜ਼ਮੀਨਾਂ 2004-05 ਦੇ ਕਰੀਬ ਜਦੋਂ ਇੱਥੇ ਰੀਅਲ ਏਸਟੇਟ ਦਾ ਕਾਰੋਬਾਰ ਸ਼ੁਰੂ ਹੋਇਆ। ਇਹ ਵਾਲੀ ਜ਼ਮੀਨ ਦਾ ਮੈਟਰ ਤੁਹਾਡੇ ਕੋਲ ਕਿੱਦਾਂ ਆ ਗਿਆ? ਇਹ ਸਾਡੇ ਕੋਲ ਸਿਰਫ ਹਫ਼ਤਾ ਪਹਿਲਾਂ ਹੀ ਇਹ ਰਾਹੁਲ ਜੋ ਇਸੇ ਪਿੰਡ ਦੇ ਨਿਵਾਸੀ ਨੇ, ਅੱਛਾ ਜੀ, ਹੋਰ 4-5 ਇਹਨਾਂ ਨੇ ਸਾਨੂੰ ਲਿਖਤੀ ਤੌਰ ਤੇ ਦੱਸਿਆ। ਇਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਵੀ ਸਾਡੇ ਪਿੰਡ ਦੇ ਵਿੱਚ ਵੀ ਤੁਹਾਡੀ ਸੰਸਥਾ ਦੀ ਇਕਾਈ ਕਾਇਮ ਕਰੋ।
ਤੇ ਸਾਡਾ ਸਾਥ ਦਿਓ। ਕੀ ਨਾਮ ਸੰਸਥਾ ਤੁਹਾਡੀ ਦਾ? ਕਾਮਨ ਲੈਂਡ ਪ੍ਰੋਟੈਕਸ਼ਨ ਸੁਸਾਇਟੀ ਪੰਜਾਬ ਰਜਿਸਟਰਡ। ਇਹ 15 ਅਗਸਤ 2012 ਨੂੰ ਸਾਡੀ ਸੰਸਥਾ ਹੋਂਦ ਵਿੱਚ ਆਈ ਤੇ 2014 ਦੇ ਵਿੱਚ ਚੰਡੀਗੜ੍ਹ ਤੋਂ ਇਹ ਰਜਿਸਟਰਡ ਹੈ। ਇਹ ਜ਼ਮੀਨ ਤੋਂ ਇਲਾਵਾ ਹੋਰ ਵੀ ਕੋਈ ਜ਼ਮੀਨ ਦੇਖ ਰਹੇ ਤੁਸੀਂ, ਕੋਈ ਜਿਹਦੇ ਖਿਲਾਫ ਕੋਈ ਕਾਰਵਾਈ ਕਰ ਰਹੇ ਹੋ? ਹਾਂਜੀ ਹਾਂਜੀ, ਨਗਲੇ ਪਿੰਡ ਦੀ ਜ਼ਮੀਨ ਜਿੱਥੇ ਸੈਂਟਰਲ ਟਾਊਨ ਬਣ ਰਿਹਾ ਹੈ, ਅੱਛਾ ਜੀ। ਠੀਕ ਹੈ ਜੀ, ਉਹ 233 ਵਿਗੇ ਜ਼ਮੀਨ ਹੈ ਪਿੰਡ ਦੀ, ਜਿਹੜੀ ਕਿ ਪਿੰਡ ਦੇ ਸਰਪੰਚਾਂ, ਪੰਚਾਇਤ, ਮਾਲ ਮਹਿਕਮੇ ਦੇ ਅਫਸਰਾਂ ਨੇ ਸਭ ਨੇ ਰਲ ਮਿਲ ਕੇ ਉਸ ਜ਼ਮੀਨ ਨੂੰ ਚੱਕ ਕੇ ਪ੍ਰਾਈਵੇਟ ਬਿਲਡਰਾਂ ਦੇ ਨਾਂ ਕਰ ਦਿੱਤਾ। ਇੱਕ ਪਾਸੇ ਸਰਕਾਰ ਪਿੰਡ ਦੇ ਸਰਪੰਚ ਨੂੰ ਸਸਪੈਂਡ ਕਰ ਰਹੀ ਹੈ ਵੀ ਤੁਸੀਂ ਗਲਤ ਗਵਾਹੀ ਦਿੱਤੀ ਵੀ ਇਹ ਜ਼ਮੀਨ ਕਦੇ ਵੀ ਸਰਕਾਰੀ ਕੰਮਾਂ ਲਈ ਨਹੀਂ ਵਰਤੀ ਗਈ। ਉਹੀ ਅਫਸਰ ਚੱਕ ਕੇ ਉਸ ਜ਼ਮੀਨ ਨੂੰ ਮੋਹਰ ਲਾ ਰਿਹਾ ਹੈ ਵੀ ਹਾਂ ਇਹ ਬਾਕੀ ਨਹੀਂ ਵਰਤੀ ਗਈ। ਕੀ ਕਾਰਵਾਈ ਹੋਈ ਉੱਤੇ ਹੁਣ? ਉਸ ਜ਼ਮੀਨ 'ਤੇ ਕੋਈ ਕਾਰਵਾਈ ਨਹੀਂ ਹੋਈ। ਸਰਪੰਚਾਂ ਨੇ ਉਸ ਟਾਈਮ ਦੇ BDPO ਡੇਰਾਬੱਸੀ ਨੇ, ਇਹਨਾਂ ਨੇ ਸਭ ਨੇ ਮਿਲ ਕੇ ਕੋਰਟ ਦੇ ਵਿੱਚ ਪੈਰਵਾਈ ਨਾ ਕਰਦੇ ਹੋਏ ਜਿਹੜੇ ਉਹ ਕੇਸ ਹੈ ਪੰਚਾਇਤਾਂ ਦੇ ਵਿਰੁੱਧ ਕਰਵਾਏ। ਇਹਦਾ ਹੁਣ ਕੀ ਕਰ ਰਹੇ ਤੁਸੀਂ? ਜਿਹੜੀ ਗੋਲਡਨ ਫੋਰੈਸਟ ਦੀ ਇਹ ਜ਼ਮੀਨ ਹੈ, ਹੁਣ ਤਾਂ ਪੰਜਾਬ ਸਰਕਾਰ ਦੀ ਹੋ ਗਈ ਨਾ, ਹੁਣ ਇਹ ਜ਼ਮੀਨ ਪੰਜਾਬ ਸਰਕਾਰ ਦੀ ਹੈ। ਇਹਦੇ ਵਿੱਚ ਕੀ ਹੈ ਕਿ SDM ਬਤੌਰ ਕਲੈਕਟਰ ਉਹਨਾਂ ਦੇ ਅਧਿਕਾਰ ਖੇਤਰ 'ਚ ਆਉਂਦੀ ਹੈ, ਉਹਨਾਂ ਵੱਲੋਂ ਹੀ ਅਲਾਟ ਕੀਤੀ ਜਾਣੀ ਜੇ ਹੈ। ਨਾ ਕੋਈ ਇਨਸਾਫ ਮਿਲਿਆ ਕੀ ਕਰੋਗੇ ਤੁਸੀਂ? ਮਤਲਬ ਜੇ ਤੁਹਾਨੂੰ ਲੱਗਿਆ ਕਿ ਨਾ ਛਡਵਾਈ, ਫਿਰ ਪਤਾ ਕੀ ਅਗਲਾ ਐਕਸ਼ਨ ਹੋਏਗਾ? ਜੁਡੀਸ਼ੀਅਲ ਪ੍ਰੋਸੈਸ ਹੈ ਜੀ। ਫਿਰ ਅਸੀਂ ਤੁਸੀਂ ਕੋਰਟ 'ਚ ਜਾਓਗੇ? ਹਾਂ, ਫਿਰ ਅਸੀਂ ਕੋਰਟ ਜਾਵਾਂਗੇ। ਪਹਿਲਾਂ ਤਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਬਣਦੀ ਹੈ ਕਿ 21 ਸਾਲ ਤੋਂ ਜਿਹੜੀ ਤੁਸੀਂ ਬਾਕੀ ਜ਼ਮੀਨਾਂ ਕਿਹਾ 150 ਏਕੜ ਹੈ ਪਿੰਡ 'ਚ, ਉਹ ਬਾਕੀਆਂ ਨਹੀਂ ਜੀ, ਦਾ ਕੌਣ ਐਕਚੁਅਲੀ ਕਬਜ਼ਾ ਹੈ? 150 ਨਹੀਂ, ਇਹ 125 ਏਕੜ ਹੀ ਹੈ ਇੱਧਰ। ਪਿੰਡ 'ਚ ਪੂਰੇ 'ਚ? ਹਾਂ, ਇੱਧਰ ਕੀ ਹੈ, ਇੱਧਰ ਇੱਕ ਰਵਾਇਤ ਹੈ ਕਿ ਇੱਥੇ 4 ਬਿੱਗਿਆਂ ਨੂੰ 1 ਕਿੱਲਾ ਮੰਨਿਆ ਜਾਂਦਾ ਹੈ, ਜਦੋਂ ਕਿ ਨਹੀਂ, ਜਿਹੜਾ 1 ਏਕੜ ਹੈ ਉਹ 4840 ਗਜ਼ ਦਾ ਹੁੰਦਾ? ਉਹ 4840 ਗਜ ਦਾ ਹੁੰਦਾ। ਉਸ ਹਿਸਾਬ ਨਾਲ 125 ਏਕੜ ਹੀ ਬਣਦੀ ਹੈ, 150 ਏਕੜ ਨਹੀਂ। ਅੱਛਾ, ਸਾਰੀ ਇਹਦੇ ਕੋਲ ਹੀ ਹੈ? ਸਾਰੀ ਇਹਦੇ ਕੋਲੇ ਹੈ। ਨਿਰਮੈਲ ਜੋਗਾ? ਹਾਂਜੀ ਹਾਂਜੀ, ਉਹਦੀ ਮੌਜੂਦਾ ਕੀ ਪੋਸਟ ਹੈ ਇਸ ਟਾਈਮ? SGPC ਮੈਂਬਰ ਹੈ? SGPC ਮੈਂਬਰ ਹੈ ਜੀ। ਉਹਨਾਂ ਦਾ ਜਿਹੜਾ ਭਾਈ ਹੈ ਉਹ ਨੰਬਰਦਾਰ ਹੈ। ਜਦੋਂ ਕਿ ਇੱਕ ਚੀਜ਼ ਹੋਰ, ਮਾਲ ਦੇ ਕਾਨੂੰਨਾਂ ਦੇ ਮੁਤਾਬਕ ਅਗਰ ਕੋਈ ਆਦਮੀ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਦਾ ਹੈ, ਜ਼ਮੀਨਾਂ 'ਚ ਲੱਗੇ ਸਰਕਾਰੀ ਪੱਥਰਾਂ ਨੂੰ ਕੋਈ ਨੁਕਸਾਨ ਪਹੁੰਚਾਉਂਦਾ ਹੈ, ਤੋੜਦਾ ਹੈ, ਉਹਨਾਂ ਦੀ ਲੋਕੇਸ਼ਨ ਬਦਲਦਾ ਹੈ, ਇੱਕ ਥਾਂ ਤੋਂ ਪੱਟ ਕੇ ਦੂਜੇ ਥਾਂ ਤੇ ਕਰਦਾ ਹੈ, ਤਾਂ ਇਹ ਨੰਬਰਦਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਰਕਾਰ ਨੂੰ ਇਸ ਦੀ ਸੂਚਨਾ ਦੇਵੇ। ਠੀਕ ਹੈ। ਤੇ ਇੱਥੇ ਨੰਬਰਦਾਰ ਵੱਲੋਂ ਬਤੌਰ ਖੁਦ ਹੀ ਜਦੋਂ ਇਹ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਹੈ, ਤਾਂ ਉਹਦੀ ਨੰਬਰਦਾਰੀ ਜਿਹੜੀ ਉਹ ਮਨਸੂਖ ਕੀਤੀ ਜਾਣੀ ਬਣਦੀ ਹੈ। ਇੱਥੇ ਤਾਂ ਬਾੜੇ ਖੇਤ ਨੂੰ ਕਾਰ ਲੱਗੀ ਹੋਈ ਹੈ, ਨੰਬਰਦਾਰ ਇੱਕ ਸਪੈਸਿਫਿਕ ਪਰਸਨ ਹੈਗਾ ਆ। ਫਾਈਲ ਦਿਖਾਈ ਤੁਸੀਂ ਜਿਹੜੀ ਲੇਟੈਸਟ ਹੈ? ਹਾਂ ਤੁਸੀਂ ਦੇਖੋ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਪਤਾ ਲੱਗਿਆ ਕਿ ਸਰਦਾਰ ਅਵਤਾਰ ਸਿੰਘ ਜੀ ਨਗਲਾ ਔਰ ਉਹਨਾਂ ਦੇ ਸਾਥੀਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੇਰੇ ਤੇ ਦੋਸ਼ ਲਾਏ ਨੇ ਕਿ ਗੋਲਡਨ ਫੀਸ ਟਰਸਟ ਦੀ ਜ਼ਮੀਨ 125 ਕਿੱਲੇ ਉਹ ਬਾਹਰ ਹੈ 21 ਸਾਲਾਂ ਤੋਂ। ਔਰ ਪਿਛਲੇ ਦਿਨੀ ਸ਼ਰਮਾ ਜੀ ਨੇ ਵੀ ਦੋਸ਼ ਲਾਏ ਸੀ ਕਿ ਜੌਲਾ 200 ਕਿੱਲੇ ਗੋਲਡਨ ਫਰੈਸਟ ਦੇ ਬਾਹਰ ਹੈ ਜੋ ਗਰੀਬਾਂ ਨੂੰ ਵੰਡਣ ਵਾਲੀ ਸੀ। ਮੈਂ ਸ਼ਰਮਾ ਜੀ ਦਾ ਧੰਨਵਾਦ ਕਰਦਾ ਕਿ ਉਹ ਗਰੀਬਾਂ ਦੇ ਪ੍ਰਤੀ ਹਮਦਰਦੀ ਰੱਖਦੇ ਨੇ, ਪਰ ਮੈਨੂੰ ਨਹੀਂ ਲੱਗਦਾ ਪਿੱਛੇ ਉਹਨਾਂ ਨੇ ਇਲੈਕਸ਼ਨ ਜਦੋਂ ਲੜਿਆ ਸੀ ਉਹਨਾਂ ਨੇ ਕਿਹਾ ਸੀ ਮੈਂ ਹਰ ਇੱਕ ਫਲੈਟ ਜਿਹੜੇ ਬਣਾਉਣੇ ਆ ਅਸੀਂ ਪਤਾ ਨਹੀਂ 8 10 ਹਰ ਇੱਕ ਗਰੀਬ ਬੰਦਿਆਂ ਨੂੰ ਫਲੈਟ ਵੰਡਾਂਗੇ। ਮੈਨੂੰ ਨਹੀਂ ਲੱਗਦਾ ਕੋਈ ਫਲੈਟ ਇਹਨਾਂ ਨੇ ਵੰਡਿਆ ਹੋਵੇ। ਗਰੀਬਾਂ ਦੀ ਤਾਂ ਇੰਨੀ ਕੁ ਸੋਚ ਰੱਖਦੇ ਨੇ। ਔਰ ਦੂਜੀ ਗੱਲ, ਸਰਦਾਰ ਅਵਤਾਰ ਸਿੰਘ ਜੀ ਨੇ 125 ਕਿੱਲੇ ਕਹੇ ਹੈ, ਸ਼ਰਮਾ ਜੀ ਨੇ 200 ਕਹੇ ਹੈ। ਇਹ ਦੋਨੇ ਪਾਰਟੀਆਂ ਝੂਠ ਬੋਲ ਰਹੀਆਂ। ਔਰ ਜੇ ਮੈਂ ਆਪਣੀ ਜ਼ਮੀਨ ਵੀ ਸਾਡੇ ਪਰਿਵਾਰ ਦੀ 4 ਸਾਡੇ ਪਰਿਵਾਰ ਹੈ, ਵੱਡੇ ਪਰਿਵਾਰ 4, ਉਹਨਾਂ ਦੇ ਅੱਗੇ ਬੱਚੇ ਅਸੀਂ 10 11, ਉਹਨਾਂ ਦੀ ਵੀ ਰਲਾ ਲਈਏ ਨਾਲ ਜ਼ਮੀਨ 125 ਤਾਂ ਵੀ ਨਹੀਂ ਬਣਦੇ। ਤਾਂ ਇਹਨਾਂ ਨੇ ਝੂਠ ਦਾ ਲਾਇਸੈਂਸ ਲਿਆ ਹੋਇਆ, ਇਹ ਝੂਠ ਬੋਲਦੇ ਆ। ਇਹ ਸ਼ਰਮਾ ਦਾ ਪ੍ਰੋਡਕਟ ਹੈ, ਇਹ ਸ਼ਰਮਾ ਨੇ ਇਹਨੂੰ ਭੇਜਿਆ ਵੀ ਮੇਰੇ ਤੋਂ ਤਾਂ ਕੁਝ ਬਣਿਆ ਨਹੀਂ, ਤੁਸੀਂ ਜਾ ਕੇ ਇਹਦੀ ਉਹ ਕਰੋ। ਸੋ ਮੈਂ ਕਹਿੰਦਾ ਸ਼ਰਮਾ ਜੀ ਚੰਗੀ ਗੱਲ ਹੈ, ਤੁਸੀਂ ਜ਼ਿਆਦਾ ਦੇਰ ਨਾ ਲਾਓ, ਤੁਸੀਂ ਵੰਡਾਓ। ਅਸੀਂ ਤਾਂ ਟੈਂਪਰੇਰੀ ਵਾਰੇ ਹਾਂ, ਸਾਨੂੰ ਦੁੱਖ ਹੈ। ਇਹ ਵੀਰਾਂ ਨੇ ਜਿਹੜੇ ਨੇ ਪ੍ਰੈਸ ਕਾਨਫਰੰਸ ਕਰਕੇ ਦੋਸ਼ ਲਾਏ ਆ, ਇਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਕਿਉਂ ਵਿਚ ਰਹੇ ਹੋ, ਕੀ ਰਾਈਟ ਹੈ ਤੁਹਾਨੂੰ ਵਿਚਣ ਦਾ? ਬਿਲਕੁਲ ਰਾਈਟ ਨਹੀਂ। ਪਰ ਸਾਨੂੰ ਦੁੱਖ ਇਸ ਚੀਜ਼ ਦਾ ਹੈ ਕਿ ਸਾਡੇ ਨੇੜੇ ਇਹਨਾਂ ਦੇ ਕਹਿਣ ਦੇ ਮੁਤਾਬਕ ਜੇ 125 ਕਿੱਲੇ 'ਚ ਜੰਗਲ ਹੋ ਜਾਵੇ ਤਾਂ ਉਹਦੇ 'ਚ ਕਿੰਨੇ ਪਸ਼ੂ ਖੜ੍ਹਦੇ ਆ, ਕਿਤਨੇ ਜਾਨਵਰ ਆ ਜਾਂਦੇ ਆ, ਕਿਤਨੇ ਮਤਲਬ ਚੋਰ ਡਾਕੂ। ਉੱਥੇ ਚੋਰ ਇੰਨੇ ਸੀ ਕਿ ਤਾਰਾਂ ਵੱਢ ਕੇ ਨੇੜੇ ਟਿਊਬਵੈਲਾਂ ਤੋਂ ਉੱਥੇ ਲੱਕੜ ਯੂਜ਼ ਕਰਕੇ ਤਾਰਾਂ ਫੂਕ ਕੇ ਚਲੇ ਜਾਂਦੇ ਸੀ, ਤਾਰਾਂ ਕੱਢ ਲੈ ਜਾਂਦੇ ਸੀ, ਉੱਥੇ ਸਕ੍ਰੈਪ ਉੱਥੇ ਸੱਟ ਦਿੰਦੇ ਸੀ। ਤੇ ਇਹ ਸਾਨੂੰ ਦੁੱਖ ਹੈ। ਔਰ
ਮੈਂ ਕਹਿ ਸਕਦਾ ਕਿ ਜੇ ਇੰਨਾ ਹੀ ਹਮਦਰਦੀ ਹੈ ਤਾਂ ਤੁਸੀਂ ਆਓ, ਇਹਦੀ ਪਮਾਇਸ਼ ਕਰਾਓ। ਜੇ 125 ਵੀ ਨਾ ਨਿਕਲੇ, 200 ਵੀ ਨਾ ਨਿਕਲੇ, ਤਾਂ ਸੰਗਤ ਇਹਨਾਂ ਨੂੰ ਡੰਡ ਲਵੇ ਜੋ ਵਾਰ-ਵਾਰ ਜਿਹੜੇ ਝੂਠ ਬੋਲਦੇ ਆ, ਦੋਸ਼ ਲਾਉਂਦੇ ਆ, ਮੈਨੂੰ ਬਦਨਾਮ ਕਰਦੀ ਬੋਲਦੇ। ਪਹਿਲੀ ਗੱਲ ਕਿ ਮੈਂ ਕਈ ਸਾਲਾਂ ਤੋਂ 15 ਸਾਲਾਂ ਤੋਂ 20 ਸਾਲਾਂ ਤੋਂ ਖੇਤੀ ਨਹੀਂ ਕਰਦਾ, ਤੇ ਮੈਂ ਭਰਾਵਾਂ 'ਤੇ ਡਿਪੈਂਡ ਹਾਂ, ਉਹ ਖੇਤੀ ਕਰਦੇ ਆ। ਤੇ ਹੋਰ ਜਿਹੜੀ ਗੱਲ ਇਹ ਕਹਿ ਰਹੇ ਹੈ ਕਿ ਇਹ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ, ਸਰਕਾਰ ਨੂੰ ਮੈਂ ਪਿਛਲੀ ਵੀਡੀਓ ਵਿੱਚ ਜਦੋਂ ਸ਼ਰਮਾ ਜੀ ਨੇ ਦੋਸ਼ ਲਾਏ ਸੀ, ਮੈਂ ਤਾਂ ਇਸ ਮੌਜੂਦਾ ਸਰਕਾਰ ਨੂੰ ਵੀ ਕਿਹਾ ਸੀ ਕਿ ਜਾਂ ਤਾਂ ਇਹਨੂੰ ਵੰਡ ਦਿੱਤਾ ਜਾਵੇ, ਗਰੀਬਾਂ ਨੂੰ ਵੰਡ ਦਿਓ, ਮੇਰਾ ਬਿੱਗਾ ਪਹਿਲਾਂ ਮਿਣ ਕੇ ਫਿਰ ਵੰਡਣੀ ਸਟਾਰਟ ਕਰ ਦਿਓ, ਠੀਕ ਹੈ ਜੀ। ਜਿਹੜੇ ਵੇਚ ਕੇ ਗਏ ਆ, ਜੇ ਇੰਨੀ ਆਮਦਨ ਹੁੰਦੀ ਤਾਂ ਕਿਉਂ ਵੇਚਦੇ? ਸੋ ਇਹ ਸਿਰਫ ਸਾਡੇ ਹਲਕੇ 'ਚ ਖੇਤੀ ਕਰਨਾ, ਅੱਜ 700 ਫੁੱਟ ਡੂੰਘੇ ਟਿਊਬਵੈੱਲ ਲੱਗਦੇ ਨੇ। ਪਹਿਲਾਂ ਤਾਂ ਇੰਨੇ ਉਹਦਾ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਬੜਾ ਔਖਾ ਹੁੰਦਾ ਹੈ। 750 ਫੁੱਟ ਬੋਰ ਲਾਉਣਾ ਹੀ ਇੱਕ ਸੀਜ਼ਨ ਦਾ ਸਾਰਾ ਇੱਕ ਬੋਰ ਖਰਚਾ ਆਪਣਾ ਲੈ ਲੈਂਦਾ। ਸੋ ਇਹ ਸਾਰੀਆਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਨੇ, ਔਰ ਇਹ ਸ਼ਰਮਾ ਜੀ ਦੀ ਪ੍ਰਗਟਾਹਟ ਹੈ। ਆਪ ਉਹ ਬੋਲ ਕੇ ਗਏ, ਹੁਣ ਦੂਜੇ ਬੰਦੇ ਭੇਜਦੇ ਆ, ਕੱਲ੍ਹ ਨੂੰ ਤੀਜੇ ਨੂੰ ਹੋਰ ਭੇਜੂਗਾ। ਮੈਂ ਵਾਰ-ਵਾਰ ਬੇਨਤੀ ਕਰਦਾ ਕਿ ਇਹਨੂੰ, ਮੈਂ ਉਹਨਾਂ ਨੂੰ ਕਹਿਤਾ ਕਿ ਅਗਲੀ ਫਸਲ ਜੇ ਸਰਕਾਰ ਵੰਡਦੀ ਹੈ, ਜੇ ਸਰਕਾਰ ਤਾਰ ਲਾਉਂਦੀ ਹੈ, ਅਸੀਂ ਨਹੀਂ, ਇਹ ਟੈਂਪਰੇਰੀ। ਅਸੀਂ ਕਬਜ਼ਾ, ਕੌਣ ਕਹਿ ਰਿਹਾ ਅਸੀਂ ਕਬਜ਼ਾ ਕੀਤਾ ਹੋਇਆ? ਸਾਡੀ ਤਾਂ ਮਜਬੂਰੀ ਹੈ, ਕੋਈ ਕਬਜ਼ਾ ਨਹੀਂ, ਇਹ ਬਿੱਲੀ ਹੈ। ਜਦ ਮਰਜ਼ੀ ਆ ਕੇ ਸਰਕਾਰ ਇਹਨੂੰ ਯੂਜ਼ ਕਰੇ, ਗਰੀਬਾਂ 'ਚ ਵੰਡੇ, ਜੋ ਮਰਜ਼ੀ ਕਰੇ, ਚਾਹੇ ਇਹਦੀ ਬੋਲੀ ਕਰੇ, ਆਕਸ਼ਨ ਕਰੇ, ਵੇਚੇ, ਪੱਟੇ 'ਤੇ ਦੇਵੇ, ਕਿਸੇ ਨੂੰ ਖੇਤੀ ਵਾਸਤੇ ਦੇਵੇ, ਸਾਨੂੰ ਖੁਸ਼ੀ ਹੋਊਗੀ, ਸਾਡੀ ਬਦਨਾਮੀ ਹਟੂਗੀ। ਅਸੀਂ ਤਾਂ ਇਸ ਗੱਲੋਂ ਦੁਖੀ ਹਾਂ, ਜੇ ਇੱਕ ਜੰਗਲ 'ਚ 200-400 ਪਸ਼ੂ ਆਉਂਦੇ ਆ, ਉਹਨਾਂ ਨੂੰ ਰੋਕ ਨਹੀਂ ਸਕਦੇ, ਤਾਰ ਉੱਥੇ ਹੈ ਨਹੀਂ। ਹੁਣ ਸਪੋਜ਼ ਕਰ ਲਓ ਨੈਕਟਰ ਦੇ 125 ਕਿੱਲੇ ਆ, ਜੰਗਲ ਖੜਾ ਉੱਥੇ, ਪਰ ਉਹਨਾਂ ਨੇ ਇੱਕ ਤਾਂ ਕੀਤਾ ਹੋਇਆ ਨਾ, ਤਾਰ ਲਾਈ ਵੀ ਹੈ, ਕਿਸੇ ਨੂੰ ਜ਼ਿਮੀਂਦਾਰ ਨੂੰ ਕੋਈ ਦੁੱਖ ਨਹੀਂ। ਸਾਨੂੰ ਤਾਂ ਇਹ ਦੁੱਖ ਹੈ ਕਿ ਤੁਸੀਂ ਖੁੱਲ੍ਹੀ ਛੱਡਤੀ ਉੱਥੇ, ਮਤਲਬ ਜੰਗਲ ਵਾਸਤੇ ਪਸ਼ੂ, ਜਿਹੜੇ ਜੰਗਲੀ ਸੂਰ ਹੋਰ ਰੋਜ਼ ਆ ਜਾਂਦੇ ਆ, ਉਹ ਬੱਚੇ ਪੈਦਾ ਕਰਦੇ ਆ, ਫਿਰ ਉਹਨਾਂ ਦੇ ਨਾਲ ਉਹਨਾਂ ਦੀ ਡਾਰਾਂ ਬਣ ਜਾਂਦੀਆਂ। ਉਹ ਫਿਰ ਜਿੱਧਰ ਨੂੰ, ਇਕੱਲਾ ਮੇਰੇ ਨਹੀਂ, ਉਧਰ ਜਿੱਧਰ ਨੂੰ 2-2 4-4 ਕਿਲੋਮੀਟਰ ਤੱਕ ਜਾਂਦੇ ਆ, ਉਹ ਨੁਕਸਾਨ ਕਰਦੇ ਆ। ਹੁਣ ਏਰੀਏ 'ਚੋਂ ਨਿਕਲਦੇ ਆ, ਕਿੰਨੇ ਦੁਖੀ ਆ ਲੋਕ ਉੱਥੇ ਪਸ਼ੂਆਂ ਤੋਂ, ਇਹਨਾਂ ਰੋਜ਼ਾਂ ਤੋਂ ਕਿਤਨੇ ਦੁਖੀ ਆ। ਸੋ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ, ਜਿਨ੍ਹਾਂ ਨੂੰ ਖੇਤੀ ਨਹੀਂ ਪਤਾ, ਜਿਹੜੇ ਖੇਤੀ ਕਰਦੇ ਨੇ ਉਹਨਾਂ ਨੂੰ ਦੁੱਖ ਦਾ ਪਤਾ ਹੈ। ਸ਼ਰਮਾ ਜੀ ਨੂੰ ਨਹੀਂ ਪਤਾ, ਇਹ ਫਲੈਟਾਂ 'ਚ ਬੈਠੇ ਆ, ਫਲੈਟ ਕੱਟ ਕੇ ਵੇਚੀ ਜਾ ਰਹੇ ਆ, ਔਰ ਕਮੇਟੀ ਦੀਆਂ 2 ਨੰਬਰ 'ਚ ਜ਼ਮੀਨਾਂ ਆਪਣੇ ਨਾਂ ਕਰਾ ਕੇ ਇੱਕ ਫਲੈਟ ਖੜੇ ਕਰੇ ਆ। ਨਾਗਲਾ ਜੀ ਨੂੰ ਮੈਂ ਇਹ ਜ਼ਰੂਰ ਕਹੂੰਗਾ, ਇਹਨਾਂ ਨੇ ਇੱਕ ਵਰਡਿੰਗ ਇਹਦੇ 'ਚ ਕਹੀ ਹੈ ਕਿ ਅਸੀਂ ਸੁਸਾਇਟੀ ਦੀ ਜਿਹੜੀ ਇਹਨਾਂ ਨੇ ਬਿਲਡਰਾਂ ਨੇ ਜ਼ਮੀਨਾਂ ਸੁਸਾਇਟੀ ਦੀਆਂ ਵੱਡੀਆਂ, ਤਾਂ ਕੱਲੇ ਦੀ ਕਢਾਓ। ਮੈਂ ਕਹਿੰਦਾ ਅਸੀਂ, ਸਾਡਾ ਤਾਂ ਕਬਜ਼ਾ ਹੀ ਨਹੀਂ, ਅਸੀਂ ਤਾਂ ਟੈਂਪਰੇਰੀ ਵਾਹ ਰਹੇ ਹਾਂ। ਟੈਂਪਰੇਰੀ ਜਿਹੜੇ ਮੇਰੇ ਭਰਾ, ਉਹਨਾਂ ਨੂੰ ਕਿਹਾ ਮੈਂ, ਉਹ ਕਹਿੰਦੇ ਜੀ ਸਾਨੂੰ ਦੁੱਖ ਇਹ ਹੈ, ਮੈਂ ਤਾਂ ਖੇਤ ਜਾਂਦਾ ਨਹੀਂ, ਇਹ ਦੁੱਖ ਹੈ ਵੀ ਇਹ ਤਾਰ ਲਵਾ ਦਿਓ ਉਰੇ, ਚਾਹੇ ਤਾਂ ਕੋਈ ਬਾਉਂਡਰੀ ਕਰਾ ਦਿਓ, ਚਾਹੇ ਕਿਸੇ ਨੂੰ ਵੇਚ ਦਿਓ, ਸਰਕਾਰ ਜੋ ਮਰਜ਼ੀ ਕਰੇ, ਸਾਡਾ ਖਹਿੜਾ ਛੱਡੇ। ਇਹ ਬਦਨਾਮੀ ਵਾਰ-ਵਾਰ ਨਾ ਹੋਏ। ਸ਼ਰਮਾ ਜੀ ਜੇ ਜ਼ਿਆਦਾ ਕਾਲੀ ਹੈ, ਮੇਰੇ ਬਿੱਗਾ ਮੈਂ ਦਿੰਨਾ ਆਪਣਾ, ਪਹਿਲਾਂ ਗਰੀਬਾਂ 'ਚ ਵੰਡੋ, ਲਿਸਟ ਬਣਾਓ, ਜਿਨ੍ਹਾਂ ਕੋਲ ਕੋਈ ਚਾਰਾ ਨਹੀਂ ਉਹਨਾਂ ਨੂੰ ਜ਼ਮੀਨ ਵੰਡੋ, ਬਿੱਗਾ ਮੇਰੇ ਤੋਂ ਪਹਿਲਾਂ ਤੋਂ ਸਟਾਰਟ ਕਰਿਓ। ਮੈਂ ਜ਼ਿਆਦਾ ਲੈਂਡਲੋਰਡ ਤਾਂ ਹੈ ਨਹੀਂ, 1 ਬਿੱਗਾ ਮੈਂ ਦੇ ਸਕਦਾ। ਹਾਂ, ਇੱਕ ਗੱਲ ਜ਼ਰੂਰ ਹੈ, ਸ਼ਰਮਾ ਜੀ ਨੇ 200 ਕਿੱਲੇ ਕਿਹਾ, ਜਿੰਨੇ ਘਟਣਗੇ 10 ਬੰਦੇ ਨਾਲ ਲਿਓ।